ਧਿਆਨ ਦਾ ਅਰਥ ਹੈ ਚੇਤਨਤਾ ਦੀ ਅਜਿਹੀ ਦਿਸ਼ਾ ਜਿੱਥੇ ਵਿਚਾਰ ਦੀ ਕੋਈ ਤਰੰਗ, ਕੋਈ ਲਹਿਰ ਨਾ ਹੋਵੇ। ਜਿਵੇਂ ਸਾਗਰ ਹੈ, ਝੀਲ ਹੈ, ਝੀਲਾਂ ਉੱਤੇ ਤਰੰਗਾਂ ਹਨ, ਇਹ ਇੱਕ ਦਿਸ਼ਾ ਹੈ। ਜਦ ਝੀਲ 'ਤੇ ਤਰੰਗਾਂ ਹਨ, ਇਸ ਨੂੰ ਅਸੀਂ ਕਹੀਏ ਤੂਫਾਨ, ਅਸ਼ਾਂਤੀ। ਐਵੇਂ ਹੀ ਜਦ ਚੇਤਨਤਾ ਉੱਤੇ ਤਰੰਗਾਂ ਹਨ ਵਿਚਾਰਾਂ ਦੀਆਂ, ਤਦ ਜੋ ਅਵਸਥਾ ਹੈ ਉਸ ਦਾ ਨਾਂ ਹੈ ਮਨ। ਮਨ ਕੋਈ ਅਲੱਗ ਵਸਤੂ ਨਹੀਂ ਹੈ, ਤਰੰਗਿਤ ਚੇਤਨਤਾ ਦਾ ਨਾਂ ਹੈ ਮਨ। ਜਦ ਝੀਲ ਸ਼ਾਂਤ ਹੋ ਗਈ, ਲਹਿਰਾਂ ਸੌਂ ਗਈਆਂ, ਝੀਲ ਦੀ ਹਿੱਕ ਉੱਤੇ ਕੋਈ ਕੰਬਣੀ ਨਾ ਰਹੀ, ਅਣਕੰਬ ਹੋ ਗਈਆਂ, ਇੱਕ ਮੌਨ ਦਰਪਣ ਬਣ ਗਈ। ਇਉਂ ਸਮਝੋ ਕਿ ਜੰਮ ਗਈ, ਬਰਫ਼ ਹੋ ਗਈ, ਹੁਣ ਕੋਈ ਲਹਿਰ ਨਹੀਂ ਉੱਠਦੀ, ਹੁਣ ਕੋਈ ਲਹਿਰ ਉੱਠ ਵੀ ਨਹੀਂ ਸਕਦੀ। ਐਵੇਂ ਹੀ ਜਦ ਚੇਤਨਤਾ ਵਿਚਾਰ ਤੋਂ ਸ਼ੂਨਿਆ ਅਤੇ ਤਰੰਗ ਤੋਂ ਰਹਿਤ ਹੋ ਜਾਂਦੀ ਹੈ, ਬਰਫ਼ ਜੰਮ ਗਈ ਹੈ ਝੀਲ ਦੀ, ਤਦ ਜੋ ਅਵਸਥਾ ਹੈ ਉਸ ਦਾ ਨਾਂ ਹੈ ਧਿਆਨ। ਮਨ ਧਿਆਨ ਦੀ ਅਣਹੋਂਦ ਹੈ, ਧਿਆਨ ਮਨ ਦੀ ਅਣਹੋਂਦ ਹੈ। ਮਨ ਹੈ ਤਰੰਗਿਤ ਚੇਤਨਾ, ਧਿਆਨ ਹੈ ਅਤਰੰਗਿਤ ਚੇਤਨਾ। ਇਹ ਛੇਵਾਂ ਦਵਾਰ ਹੈ, ਅਨਤਰੰਗਿਤ ਹੋ ਜਾਣਾ। ਕਿਉਂਕਿ ਜਦ ਤੱਕ ਅਸੀਂ ਅਨਤਰੰਗਿਤ ਨਾ ਹੋ ਜਾਈਏ, ਤਦ ਤੱਕ ਤਰੰਗਾਂ ਬਾਹਰ ਦੀ ਤਰਫ ਫੈਲ ਜਾਂਦੀਆਂ ਨੇ। ਹਰ ਤਰੰਗ ਸਾਨੂੰ ਬਾਹਰ ਵੱਲ ਲੈ ਜਾਂਦੀ ਹੈ। ਜਿਵੇਂ ਹਰ ਲਹਿਰ ਕੰਢੇ ਦੇ ਵੱਲ ਲੈ ਜਾਂਦੀ ਹੈ, ਐਵੇਂ ਹੀ ਹਰ ਤਰੰਗ ਸੰਸਾਰ ਵੱਲ ਲੈ ਜਾਂਦੀ ਹੈ। ਜਿੰਨੀ ਵੱਡੀ ਤਰੰਗ, ਓਨੀ ਜ਼ੋਰ ਦੀ ਸੰਸਾਰ ਵੱਲ ਨੂੰ ਲੈ ਜਾਂਦੀ ਹੈ। ਜਦ ਕੋਈ ਤਰੰਗ ਨਹੀਂ ਰਹਿ ਜਾਂਦੀ, ਤਾਂ ਸਾਡਾ ਸੰਸਾਰ ਦੀ ਤਰਫ ਜਾਣਾ ਬੰਦ ਹੋ ਜਾਂਦਾ ਹੈ। ਸਾਡੀ ਚੇਤਨਤਾ ਫਿਰ ਸੰਸਾਰ ਦੇ ਵੱਲ ਨਹੀਂ ਜਾ ਸਕਦੀ, ਕਿਉਂਕਿ ਜਾਣ ਦੇ ਲਈ ਤਰੰਗਾਂ ਦਾ ਸਹਾਰਾ ਚਾਹੀਦਾ ਹੈ। ਜਦ ਚੇਤਨਾ ਬਾਹਰ ਨਹੀਂ ਜਾਂਦੀ, ਤਾਂ ਫਿਰ ਅੰਦਰ ਰਹਿ ਜਾਂਦੀ ਹੈ। ਜਦ ਬਾਹਰ ਜਾਣ ਦਾ ਦੁਆਰ ਨਹੀਂ ਮਿਲਦਾ, ਚੇਤਨਤਾ ਆਪਣੇ ਵਿੱਚ ਠਹਿਰ ਜਾਂਦੀ ਹੈ। ਉਸ ਠਹਿਰੀ ਹੋਈ ਚੇਤਨਤਾ ਦਾ ਨਾਂ ਹੈ ਧਿਆਨ। ਅਸੀਂ ਜੋ ਵੀ ਇੱਥੇ ਕਰ ਰਹੇ ਹਾਂ, ਉਹ ਇਹੀ ਕੋਸ਼ਿਸ਼ ਹੈ ਕਿ ਮਨ ਕਿਵੇਂ ਅੰਤਰੰਗਿਤ ਹੋ ਜਾਵੇ। ਜੋ ਮੈਂ ਤੁਹਾਨੂੰ ਕਹਿ ਰਿਹਾ, ਤੁਹਾਡੇ ਅੰਦਰ ਜੋ ਵੀ ਤਰੰਗਾਂ ਹੋਣ, ਉਹਨਾਂ ਨੂੰ ਬਾਹਰ ਕੱਢ ਦਿਓ। ਇਸ ਲਈ ਕਹਿ ਰਹੇ ਹਾਂ ਕਿਉਂਕਿ ਉਹਨਾਂ ਨੂੰ ਅੰਦਰ ਦਬਾਈ ਰੱਖੋ ਤਾਂ ਮਨ ਅੰਤਰੰਗਿਤ ਨਹੀਂ ਹੁੰਦਾ। ਉਹਨਾਂ ਨੂੰ ਕੱਢ ਹੀ ਦੇਣਾ, ਉਹਨਾਂ ਨੂੰ ਸੁੱਟ ਹੀ ਦੇਣਾ। ਕੁਝ ਬਚੇ ਹੀ ਨਾ ਅੰਦਰ ਤਰੰਗਾਂ ਪੈਦਾ ਕਰਨ ਨੂੰ। ਹੌਲੇ ਹੋ ਜਾਓ, ਕੋਈ ਉਪਦਰਵ ਅੰਦਰ ਰਹਿ ਨਾ ਜਾਵੇ। ਸਭ ਉਪਦਰਵ ਬਾਹਰ ਸੁੱਟ ਦਿਓ, ਤਾਂ ਮਨ ਅਤਰੰਗਿਤ ਹੋ ਸਕੇਗਾ। ਇਸ ਮਨ ਦੀ ਅੰਤਰੰਗਿਤ ਅਵਸਥਾ ਦੇ ਬਿਨਾਂ ਕੋਈ ਆਪਣੇ ਆਪ ਦੇ ਗਿਆਨ ਨੂੰ ਨਹੀਂ ਪਹੁੰਚਦਾ। ਇਸ ਲਈ ਦੁਨੀਆ ਵਿੱਚ ਇੰਨੇ ਧਰਮ ਹਨ, ਇੰਨੇ ਪੰਥ ਹਨ, ਇੰਨੇ ਮਾਰਗ ਹਨ, ਉਹਨਾਂ ਵਿੱਚ ਹਜ਼ਾਰ ਹਜ਼ਾਰ ਸਿਧਾਂਤਾਂ ਦੇ ਫਰਕ ਹਨ, ਲੇਕਿਨ ਧਿਆਨ ਦੇ ਸੰਬੰਧ ਵਿੱਚ ਇੱਕ ਰਹੇ ਹੈ। ਇਹ ਕੋਈ ਨਹੀਂ ਕਹਿ ਸਕਦਾ ਕਿ ਧਿਆਨ ਦੇ ਬਿਨਾਂ ਧਰਮ ਹਾਸਲ ਹੋਵੇਗਾ। ਮਸਜਿਦ ਵਿੱਚ ਕਰੋ ਧਿਆਨ, ਮੰਦਰ ਵਿੱਚ ਕਰੋ, ਗਿਰਜੇ ਵਿੱਚ ਕਰੋ, ਗੁਰਦੁਆਰੇ ਵਿੱਚ ਕਰੋ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਧਿਆਨ ਕਰੋ। ਕ੍ਰਾਈਸਟ ਦਾ ਸਹਾਰਾ ਲਵੋ ਕਿ ਕ੍ਰਿਸ਼ਨ ਦਾ, ਮਹਾਵੀਰ ਦਾ ਸਹਾਰਾ ਲਵੋ ਕਿ ਮੁਹੰਮਦ ਦਾ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਧਿਆਨ ਕਰੋ। ਕੁਰਾਨ ਦੇ ਸਿਰ ਟੇਕੋ ਕਿ ਗੀਤਾ ਦੇ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਧਿਆਨ ਕਰੋ। ਸਾਰੀ ਦੁਨੀਆ ਦੇ ਧਰਮ ਜੇ ਇੱਕ ਗੱਲ 'ਤੇ ਸਹਿਮਤ ਹਨ, ਤਾਂ ਉਹ ਹੈ ਧਿਆਨ। ਧਿਆਨ ਦਾ ਮਤਲਬ ਹੈ ਅੰਤਰੰਗਿਤ ਕਰੋ ਚਿੱਤ ਨੂੰ। ਵਿਚਾਰਾਂ ਤੋਂ ਸ਼ੂਨਿਆ ਕਰ ਦਿਓ ਮਨ ਨੂੰ, ਕੋਈ ਲਹਿਰ ਨਾ ਆਉਂਦੀ ਹੋਵੇ। ਉਸ ਲਹਿਰਹੀਨ ਅਵਸਥਾ ਵਿੱਚ ਜੋ ਵਾਪਰੇਗਾ, ਉਹੀ ਛੇਵਾਂ ਦਵਾਰ ਹੈ। ਹੁਣ ਅਸੀਂ ਸੂਤਰ ਨੂੰ ਸਮਝ ਲਈਏ। ਹਾਂ, ਉਹ ਸ਼ਕਤੀਸ਼ਾਲੀ ਹੈ, ਉਹ ਜਾਨਦਾਰ ਸ਼ਕਤੀ ਜੋ ਉਸ ਵਿੱਚ ਮੁਕਤ ਹੋਈ ਹੈ। ਜੋ ਸ਼ਕਤੀ ਉਹ ਖੁਦ ਹੈ, ਮਾਇਆ ਦੇ ਮਾਪਦੰਡ ਨੂੰ ਦੇਵਤਿਆਂ ਦੇ ਵੀ ਉੱਪਰ, ਮਹਾਨ ਬ੍ਰਹਮਾ ਇੰਦਰ ਦੇ ਉੱਪਰ ਚੁੱਕ ਸਕਦੀ ਹੈ। ਹੁਣ ਉਹ ਨਿਸ਼ਚਿਤ ਹੀ ਆਪਣੇ ਮਹਾਪੁਰਸਕਾਰ ਨੂੰ ਹਾਸਲ ਕਰੇਗਾ। ਧਿਆਨ ਦੇ ਨਾਲ ਹੀ ਮਹਾਸ਼ਕਤੀ ਹੁੰਦੀ ਹੈ, ਉਹ ਪੁਰਸਕਾਰ ਹੈ।
ਜਿਹੜਾ ਮਨ ਨਾਲ ਲੜਿਆ, ਜਿਸ ਨੇ ਮਨ ਨੂੰ ਵਿਸਰਜਿਤ ਕੀਤਾ, ਉਹ ਹੁਣ ਖੁਦ ਨੂੰ ਹਾਸਲ ਹੋਣ ਦੇ ਕਰੀਬ ਪਹੁੰਚ ਰਿਹਾ ਹੈ। ਹੁਣ ਤੱਕ ਉਸ ਕੋਲ ਜਿੰਨੀਆਂ ਸ਼ਕਤੀਆਂ ਸਨ ਉਹ ਸਭ ਉਧਾਰੀਆਂ ਸਨ। ਧਨ ਦੀ ਸੀ ਤਾਂ ਬਾਹਰੋਂ ਮਿਲੀ ਸੀ, ਸ਼ਾਸਤਰਾਂ ਦੀ ਸੀ ਤਾਂ ਬਾਹਰੋਂ ਮਿਲੀ ਸੀ, ਸਰੀਰ ਦੀ ਸੀ ਤਾਂ ਬਾਹਰੋਂ ਮਿਲੀ ਸੀ। ਹੁਣ ਤੱਕ ਜਿੰਨੀਆਂ ਸ਼ਕਤੀਆਂ ਸਨ ਸਭ ਬਾਹਰੋਂ ਮਿਲੀਆਂ ਸਨ। ਹੁਣ ਪਹਿਲੀ ਦਫਾ ਅਤਰੰਗਿਤ ਹੋ ਕੇ ਮਨ ਦੀਆਂ ਸ਼ਕਤੀਆਂ, ਸਾਰਾ ਸੰਬੰਧ ਟੁੱਟ ਗਿਆ ਮਨ ਦੀਆਂ ਸ਼ਕਤੀਆਂ ਤੋਂ। ਹੁਣ ਉਸ ਦਾ ਸੰਬੰਧ ਆਪਣੀ ਖੁਦ ਦੀ ਸ਼ਕਤੀ ਨਾਲ ਹੈ, ਜਿਸ ਤੋਂ ਉਸ ਦਾ ਜੀਵਨ ਜਨਮਿਆ ਹੈ। ਉਸ ਨਾਲ ਜੋ ਸ਼ਕਤੀ ਉਸ ਦੇ ਅੰਦਰ ਵਹਿ ਰਹੀ ਹੈ ਉਹ ਜਾਨਦਾਰ ਹੈ। ਹੁਣ ਪ੍ਰਾਣ ਦੇ ਮੂਲ ਨਾਲ ਉਸ ਦਾ ਸੰਬੰਧ ਬਣੇਗਾ। ਉਹ ਮਹਾਸ਼ਕਤੀ ਦਾ ਦਵਾਰ ਹੈ ਜਿਸ 'ਤੇ ਖੜਾ ਹੈ। ਧਿਆਨ ਦਾ ਉਹੀ ਪੁਰਸਕਾਰ ਹੈ ਕਿ ਉਹ ਜਿਸ ਨੇ ਮਾਇਆ ਨੂੰ ਜਿੱਤ ਲਿਆ ਹੈ। ਉਹ ਇਹਨਾਂ ਵਰਦਾਨਾਂ ਨੂੰ ਆਪਣੇ ਹੀ ਵਿਸਰਾਮ ਅਤੇ ਆਨੰਦ ਦੇ ਲਈ, ਆਪਣੇ ਹੀ ਕਮਾਏ ਸੁੱਖ ਅਤੇ ਗੌਰਵ ਦੇ ਲਈ ਉਪਯੋਗ ਨਹੀਂ ਕਰੇਗਾ। ਇੱਥੋਂ ਹੀ ਫਰਕ ਸ਼ੁਰੂ ਹੁੰਦਾ ਹੈ। ਇਸ ਛਣ ਵਿੱਚ ਹੀ ਪਤਾ ਲੱਗੇਗਾ ਕਿ ਤੁਸੀਂ ਅਰਹਤ ਹੋਣ ਦੇ ਰਾਹ 'ਤੇ ਹੋ, ਬੋਧਿਸਤਵ ਹੋਣ ਦੇ ਰਾਹ 'ਤੇ ਹੋ। ਬਲਾਵਸਟਕੀ ਦਾ ਝੁਕਾਅ ਬੋਧਿਸਤਵ ਦੇ ਵੱਲ ਹੈ। ਇਸ ਲਈ ਸੂਤਰ ਵਿੱਚ ਇੱਥੋਂ ਤੋਂ ਰਾਹ ਬੋਧਿਸਤਵ ਦਾ ਹੋ ਜਾਏਗਾ, ਅਰਹਤ ਦਾ ਨਹੀਂ। ਇੱਥੋਂ ਤੱਕ ਅਰਹਤ ਅਤੇ ਬੋਧਿਸਤਵ ਦੋਨੋਂ ਬਰਾਬਰ ਹਨ, ਧਿਆਨ ਦੀ ਪ੍ਰਾਪਤੀ ਤੱਕ ਬਰਾਬਰ ਹਨ। ਧਿਆਨ ਦੀਆਂ ਪ੍ਰਾਪਤੀਆਂ ਹੁੰਦਿਆਂ ਹੀ ਮਹਾਸ਼ਕਤੀਆਂ ਹਾਸਲ ਹੁੰਦੀਆਂ ਨੇ। ਬਲਾਵਸਟਕੀ ਇਹੀ ਸਵਾਲ ਉਠਾਉਂਦੀ ਹੈ ਕਿ ਕੀ ਉਹ ਜਿਸ ਨੇ ਮਹਾਮਾਇਆ ਨੂੰ ਜਿੱਤ ਲਿਆ ਹੈ, ਇਹਨਾਂ ਵਰਦਾਨਾਂ ਨੂੰ ਆਪਣੇ ਹੀ ਵਿਸਰਾਮ ਅਤੇ ਆਨੰਦ ਦੇ ਲਈ, ਆਪਣੇ ਹੀ ਕਮਾਏ ਸੁੱਖ ਅਤੇ ਗੌਰਵ ਦੇ ਲਈ ਉਪਯੋਗ ਨਹੀਂ ਕਰੇਗਾ? ਨਹੀਂ, ਉਹ ਕੁਦਰਤ ਦੀ ਗੁੱਝੀ ਵਿਦਿਆ ਦੇ ਸਾਧਕ। ਜੇ ਕੋਈ ਪਵਿੱਤਰ ਤਥਾਗਤ ਦੀਆਂ ਪੈੜਾਂ 'ਤੇ ਚੱਲੇ ਤਾਂ ਉਹ ਵਰਦਾਨ ਅਤੇ ਸ਼ਕਤੀਆਂ ਉਸ ਦੇ ਲਈ ਨਹੀਂ ਹਨ। ਕੀ ਤੂੰ ਉਸ ਨਦੀ ਨੂੰ ਬੰਨ੍ਹ ਦੇਵੇਂਗਾ ਜਿਸ ਦਾ ਜਨਮ ਸਮੇਰੂ ਉੱਤੇ ਹੋਇਆ ਹੈ? ਕੀ ਤੂੰ ਬੰਨ੍ਹ ਲਵੇਂਗਾ ਆਪਣੇ ਨਾਲ ਉਸ ਸ਼ਕਤੀ ਨੂੰ? ਕੀ ਤੂੰ ਆਪਣੇ ਸਵਾਰਥ ਵਿੱਚ ਉਸ ਦੀ ਸੀਮਾ ਬਣਾ ਲਵੇਂਗਾ? ਕੀ ਤੂੰ ਉਸ ਦੇ ਸੋਮੇ ਨੂੰ ਆਪਣੇ ਲਈ ਅਤੇ ਆਪਣੇ ਵੱਲ ਨੂੰ ਵਹਾਏਗਾ? ਉਸ ਨੂੰ ਸਿਖਰ ਟੀਸੀ ਦੇ ਪੰਧ ਤੋਂ ਉਸ ਦੇ ਮੂਲ ਸੋਮੇ ਨੂੰ ਵਾਪਸ ਭੇਜ ਦੇਵੇਂਗਾ? ਕੀ ਤੂੰ ਸਾਰਿਆਂ ਵਿੱਚ ਵੰਡ ਦੇਵੇਂਗਾ? ਕੀ ਤੂੰ ਆਪਣੇ ਲਈ ਹੀ ਜਮ੍ਹਾਂ ਕਰ ਲਵੇਂਗਾ? ਕੀ ਤੂੰ ਉਸ ਮਹਾਨਦੀ ਨੂੰ ਇੱਕ ਬੰਦ ਬਣਾ ਲਵੇਂਗਾ ਆਪਣੇ ਹੀ ਸੁੱਖ ਦੇ ਲਈ, ਜਾਂ ਭੇਜ ਦੇਵੇਂਗਾ ਇਸ ਨੂੰ ਉੱਥੇ ਜਿੱਥੇ ਅਨੇਕਾਂ ਦੇ ਸੁੱਖ ਉਸ ਤੋਂ ਪ੍ਰਗਟ ਹੋ ਸਕਣ? ਜੇ ਤੂੰ ਕਠਿਨ ਮਿਹਨਤ ਨਾਲ ਪ੍ਰਾਪਤ ਗਿਆਨ ਦੇ ਉਸ ਸੋਮੇ ਨੂੰ ਸਵਰਗ ਵਿੱਚ ਜਨਮੀ ਸੂਝ ਨੂੰ ਪ੍ਰਵਾਹਮਾਨ ਰਹਿਣ ਦੇਣਾ ਚਾਹੁੰਦਾ ਹੈ ਤਾਂ ਤੈਨੂੰ ਉਸ ਨੂੰ ਇੱਕ ਠਹਿਰਿਆ ਹੋਇਆ ਸਰੋਵਰ ਬਣਨ ਤੋਂ ਬਚਾਉਣਾ ਪਵੇਗਾ। ਤੇਰੇ ਆਨੰਦ ਦੇ ਲਈ ਇੰਨਾ ਹੀ ਕਾਫੀ ਹੈ ਕਿ ਇਹ ਸੋਮਾ ਇੱਕ ਸਰੋਵਰ ਬਣ ਜਾਵੇ, ਤੂੰ ਇਸ ਵਿੱਚ ਡੁੱਬ ਜਾਵੇਂ, ਲੀਨ ਹੋ ਜਾਵੇਂ, ਲੇਕਿਨ ਇਸ ਨੂੰ ਇੱਕ ਸਰੋਵਰ ਨਾ ਬਣਾਵੀਂ। ਤੂੰ ਇਸ ਨੂੰ ਇੱਕ ਨਦੀ ਬਣਾਵੀਂ ਜੋ ਵਗੇ, ਜੋ ਪ੍ਰਵਾਹਮਾਨ ਹੋਵੇ। ਪਤਾ ਨਹੀਂ ਕਿੰਨੇ ਲੋਕਾਂ ਦੇ ਪਿੰਡਿਆਂ ਦੇ ਕੰਢਿਆਂ ਤੋਂ, ਪਤਾ ਨਹੀਂ ਕਿੰਨੇ ਲੋਕਾਂ ਦੇ ਪ੍ਰਾਣਾਂ ਦੇ ਕੰਢਿਆਂ ਤੋਂ ਇਹ ਗੁਜ਼ਰੀ। ਪਤਾ ਨਹੀਂ ਕਿੰਨੇ ਲੋਕਾਂ ਨੂੰ ਇਸ ਦੇ ਸ਼ੀਤਲ ਜਲ ਦਾ, ਇਸ ਦੇ ਆਨੰਦ ਜਲ ਦਾ ਅਨੁਭਵ ਹੋ ਸਕੇ। ਇਸ ਦੀ ਇੱਕ ਬੂੰਦ ਵੀ ਕਿਸੇ ਦੇ ਕੋਲੋਂ ਪਹੁੰਚ ਜਾਵੇ ਤਾਂ ਚੰਗਾ ਹੈ। ਜਾਣ ਕੇ ਤੂੰ ਅੰਮ੍ਰਿਤ ਯੁੱਗ ਦੇ ਅਮਿਤਾਭ ਦਾ ਸਹਿਯੋਗੀ ਬਣਨਾ ਹੈ। ਜੇ ਤੂੰ ਬੁੱਧਾਂ ਦਾ ਸਹਿਯੋਗੀ ਬਣਨਾ ਹੈ ਤਾਂ ਤੈਨੂੰ ਪ੍ਰਾਪਤ ਪ੍ਰਕਾਸ਼ ਨੂੰ ਜੋੜੇ ਬੋਧਿਸਤਵਾਂ ਦੀ ਤਰ੍ਹਾਂ ਤਿੰਨੇ ਲੋਕਾਂ 'ਤੇ ਖਿਲਾਰਨਾ ਹੋਵੇਗਾ। ਚੀਨ ਵਿੱਚ, ਜਾਪਾਨ ਵਿੱਚ 2 ਬੋਧਿਸਤਵਾਂ ਦੀ ਕਥਾ ਹੈ ਜਿਨ੍ਹਾਂ ਨੇ ਪਰਮ ਗਿਆਨ ਨੂੰ ਪਾਉਣ ਦੇ ਬਾਅਦ ਨਾਲ ਦੀ ਨਾਲ ਸਾਰੇ ਜਗਤ ਵਿੱਚ ਵੰਡ ਦਿੱਤਾ। ਖੁਦ ਸ਼ੂਨਿਆ ਹੋ ਕੇ ਖੜ ਗਏ, ਖੁਦ ਬਿਲਕੁਲ ਦੀਨ ਹੋ ਕੇ ਖੜੇ ਰਹਿ ਗਏ। ਇੰਨੀ ਮਿਹਨਤ ਨਾਲ ਜੋ ਪਾਇਆ ਸੀ ਉਹ ਵੰਡ ਦਿੱਤਾ, ਆਪਣੇ ਕੋਲ ਕੁਝ ਵੀ ਨਾ ਰੱਖਿਆ। ਅਜਿਹੇ ਬੋਧਿਸਤਵਾਂ ਦੀ ਕਥਾ ਚੀਨ ਅਤੇ ਜਾਪਾਨ ਵਿੱਚ ਹੈ। ਇਹ ਸੂਤਰ ਕਹਿੰਦਾ ਹੈ
ਕਿ ਤੂੰ ਵੀ ਉਹਨਾਂ ਜੋੜੇ ਬੋਧਿਸਤਵਾ ਵਾਂਗ ਆਪਣੇ ਆਨੰਦ ਨੂੰ, ਆਪਣੀ ਸਮਾਧੀ ਨੂੰ, ਆਪਣੀ ਸੂਝ ਨੂੰ ਵੰਡ ਨਹੀਂ ਦੇਵੇਂਗਾ। ਤੈਨੂੰ ਖਿਲਾਰ ਦੇਣਾ ਪਵੇਗਾ ਜੇ ਤੂੰ ਚਾਹੁੰਦਾ ਹੈ ਤੂੰ ਵੀ ਬੁੱਧਾਂ ਦੇ ਸਹਿਯੋਗੀ ਅਤੇ ਸਾਥੀ ਹੋ ਸਕੇ। ਜਾਣ ਕੇ ਅਤੀ ਮਨੁੱਖੀ ਗਿਆਨ ਦੇਵ ਸੂਝ ਦੀ ਇਸ ਧਾਰਾ ਨੂੰ ਜਿਸ ਨੂੰ ਤੂੰ ਕਮਾਇਆ ਹੈ, ਆਪਣੇ ਆਪ ਤੋਂ ਆਲਸ ਦੀ ਨਹਿਰ ਦੇ ਦਵਾਰ ਦੂਜੀ ਨਦੀ ਵਿੱਚ ਪ੍ਰਵਾਹਿਤ ਕਰ ਦੇਣਾ ਹੈ। ਇਹ ਜੋ ਤੈਨੂੰ ਮਿਲਿਆ ਹੈ ਉਸ ਨੂੰ ਪ੍ਰਵਾਹ ਕਰ ਦੇਣਾ ਹੈ, ਉਸ ਨੂੰ ਰੋਕ ਨਹੀਂ ਲੈਣਾ ਆਪਣੇ ਲਈ। ਉਹ ਗੁੱਜੇ ਰਾਹ ਦੇ ਯਾਤਰੀ ਨਾਰਜੋਲ ਜਾਣ ਕੇ ਇਸ ਦੇ ਸ਼ੁੱਧ ਅਤੇ ਤਾਜ਼ੇ ਜਲ ਨਾਲ ਸਮੁੰਦਰ ਦੀਆਂ ਤਿੱਖੀਆਂ ਲਹਿਰਾਂ ਨੂੰ, ਉਸ ਸ਼ੌਕ ਸਮੁੰਦਰ ਦੀਆਂ ਖਿਲਾਰੀਆਂ ਲਹਿਰਾਂ ਨੂੰ ਜੋ ਮਨੁੱਖ ਦੇ ਹੰਝੂਆਂ ਤੋਂ ਬੁਣਿਆ ਹੈ, ਮਿੱਠਾ ਬਣਾਉਣਾ ਹੈ। ਸਾਰਾ ਜਗਤ ਇੱਕ ਖਾਰਾ ਸਮੁੰਦਰ ਹੈ, ਲੋਕਾਂ ਦੇ ਹੰਝੂ ਅਤੇ ਪੀੜਾਂ ਤੋਂ ਬਣਿਆ ਹੋਇਆ ਹੈ। ਕੀ ਤੂੰ ਇਸ ਖਾਰੇ ਸਮੁੰਦਰ ਦੀ ਫਿਕਰ ਛੱਡ ਦੇਵੇਂਗਾ? ਇਸ ਦੁੱਖ ਨਾਲ ਭਰੇ ਲੋਕਾਂ ਦੇ ਸੰਸਾਰ ਵੱਲ ਬਿਲਕੁਲ ਪਿੱਠ ਕਰ ਲਵੇਂਗਾ ਕਿਉਂਕਿ ਤੈਨੂੰ ਆਨੰਦ ਮਿਲ ਗਿਆ ਹੈ। ਤਾਂ ਕੀ ਤੂੰ ਸੋਚਦਾ ਹੈ ਸਭ ਨੂੰ ਆਨੰਦ ਮਿਲ ਗਿਆ? ਕੀ ਹੋਰਾਂ ਦੀਆਂ ਪੀੜਾਂ ਤੈਨੂੰ ਨਹੀਂ ਛੂਹਣਗੀਆਂ? ਤੈਨੂੰ ਨਹੀਂ ਦਿਖਾਈ ਪਏਗਾ ਜਿਵੇਂ ਸਮੁੰਦਰ ਦੇ ਲੋਕਾਂ ਦੇ ਹੰਝੂਆਂ ਨਾਲ ਭਰਿਆ ਹੋਵੇ? ਅਜਿਹਾ ਇਹ ਸੰਸਾਰ ਹੈ। ਕੀ ਤੂੰ ਆਪਣੇ ਪਵਿੱਤਰ ਜਲ ਨਾਲ ਇਸ ਸਾਗਰ ਦੀਆਂ ਲਹਿਰਾਂ ਨੂੰ ਮਿੱਠਾ ਨਹੀਂ ਬਣਾਏਗਾ? ਜਦ ਤੂੰ ਇੱਕ ਵਾਰ ਸਭ ਤੋਂ ਉੱਚੇ ਆਕਾਸ਼ ਦਾ ਧਰੂ ਤਾਰਾ ਬਣ ਗਿਆ, ਤਦ ਉਸ ਸਵਰਗੀ ਨੂਰ ਮੰਡਲ ਨੂੰ ਖਲਾ ਦੀਆਂ ਗਹਿਰਾਈਆਂ ਤੋਂ ਆਪਣੇ ਸਿਵਾਏ ਸਭ ਦੇ ਲਈ ਖਿਲਾਰਨਾ ਹੈ। ਪ੍ਰਕਾਸ਼ ਸਭ ਨੂੰ ਦੇ, ਕਿਸੇ ਤੋਂ ਵੀ ਲੈਣਾ ਨਾ। ਜਦ ਤੂੰ ਧਰੂ ਤਾਰੇ ਦੀ ਤਰ੍ਹਾਂ ਹੋ ਗਿਆ, ਉਚਾਈਆਂ ਦੇ ਆਖਰੀ ਸਿਖਰ 'ਤੇ ਪਹੁੰਚ ਗਿਆ ਜਿਸ ਦੇ ਪਾਰ ਕੋਈ ਉਚਾਈ ਨਹੀਂ ਹੈ। ਜੋ ਵੀ ਤੂੰ ਪਾਉਣਾ ਸੀ ਪਾ ਲਿਆ, ਜੋ ਵੀ ਤੂੰ ਹੋਣਾ ਸੀ ਹੋ ਗਿਆ। ਹੁਣ ਤੇਰੇ ਲਈ ਨਾ ਕੁਝ ਪਾਉਣ ਨੂੰ ਹੈ ਨਾ ਕੁਝ ਹੋਣ ਨੂੰ ਹੈ। ਕੀ ਤੂੰ ਹੁਣ ਇਸ ਵਿੱਚ ਖੁਦ ਨੂੰ ਲੀਨ ਕਰ ਲਵੇਂਗਾ? ਕੀ ਤੂੰ ਮੰਨ ਲਵੇਂਗਾ ਕਿ ਯਾਤਰਾ ਖਤਮ ਹੋ ਗਈ? ਯਕੀਨਨ ਹੀ ਤੇਰੀ ਯਾਤਰਾ ਖਤਮ ਹੋ ਗਈ, ਪਰ ਹੋਰਨਾਂ ਦੀ ਯਾਤਰਾ ਤਾਂ ਬਾਕੀ ਰਹਿੰਦੀ ਹੈ। ਕੀ ਤੂੰ ਇਹਨਾਂ ਨੂੰ ਪ੍ਰਕਾਸ਼ ਨਹੀਂ ਦੇਣਾ ਚਾਹੇਂਗਾ? ਸ਼ੂਨਿਆਂ ਵਿੱਚ ਖੋਣ ਤੋਂ ਪਹਿਲਾਂ, ਮਹਾਂ ਸ਼ੂਨਿਆਂ ਵਿੱਚ ਮਿਲ ਜਾਣ ਤੋਂ ਪਹਿਲਾਂ, ਬ੍ਰਹਮ ਦੇ ਨਾਲ ਇੱਕ ਹੋ ਜਾਣ ਤੋਂ ਪਹਿਲਾਂ ਕੀ ਤੂੰ ਅਟਕਿਆ ਨਹੀਂ ਰਹਿ ਜਾਏਗਾ ਦੁਆਰ 'ਤੇ? ਇਨਕਾਰ ਨਹੀਂ ਕਰ ਦੇਵੇਂਗਾ ਅਜੇ ਮੈਂ ਅੰਦਰ ਨਹੀਂ ਆਉਣਾ ਕਿਉਂਕਿ ਅਜੇ ਬਾਹਰ ਭਟਕਦੇ ਹੋਏ ਲੋਕ ਹਨ। ਮੈਂ ਇਹਨਾਂ ਨੂੰ ਰਾਹ ਦੱਸ ਸਕਦਾ ਹਾਂ ਕਿਉਂਕਿ ਰਾਹ ਮੈਂ ਦੁਆਰ ਤੱਕ ਦੇਖ ਲਿਆ ਹੈ। ਹੁਣ ਮੈਂ ਮੁੜ ਜਾਵਾਂਗਾ ਪਿੱਛੇ, ਉਹਨਾਂ ਨੂੰ ਖਬਰ ਦੇਵਾਂਗਾ ਕਿ ਉਹ ਵੀ ਦੁਆਰ 'ਤੇ ਆ ਜਾਣ। ਦੁਆਰ ਦਾ ਮੈਨੂੰ ਪਤਾ ਹੈ। ਜੇ ਦੁਆਰ ਦੇ ਅੰਦਰ ਕੋਈ ਦਾਖਲ ਹੋ ਜਾਵੇ ਤਾਂ ਫਿਰ ਵਾਪਸ ਨਹੀਂ ਮੁੜ ਸਕਦਾ ਕਿਉਂਕਿ ਦੁਆਰ ਦੇ ਪ੍ਰਵੇਸ਼ ਦਾ ਮਤਲਬ ਇਹੀ ਹੈ ਕਿ ਉਹ ਸਭ ਸਾਧਨ ਜੋ ਸੰਸਾਰ ਵਿੱਚ ਕੰਮ ਆਉਂਦੇ ਸਨ ਦੁਆਰ 'ਤੇ ਨਸ਼ਟ ਹੋ ਜਾਂਦੇ ਨੇ। ਦੁਆਰ ਤੱਕ ਸਾਰੀਆਂ ਚੀਜ਼ਾਂ ਬਚੀਆਂ ਰਹਿੰਦੀਆਂ ਨੇ ਸ਼ੁੱਧ ਹੋ ਕੇ। ਇਹ ਆਖਰੀ ਮੌਕਾ ਹੈ। ਇੱਕ ਛਿਣ ਕੋਈ ਦੁਆਰ ਦੇ ਅੰਦਰ ਦਾਖਲ ਹੋਇਆ ਫਿਰ ਵਾਪਸ ਨਹੀਂ ਮੁੜ ਸਕਦਾ, ਦੁਆਰ 'ਤੇ ਹੀ ਠਹਿਰ ਜਾਣਾ ਹੋਵੇਗਾ। ਜਦ ਤੂੰ ਇੱਕ ਵਾਰੀ ਪਰਬਤ ਦੀ ਘਾਟੀ ਵਿੱਚੋਂ ਸ਼ੁੱਧ ਕੋਰੇ ਜਿਹਾ ਹੋ ਗਿਆ ਜੋ ਠੰਡਾ ਹੈ, ਛੋਹ ਦੇ ਲਈ ਸੰਵੇਦਨਸ਼ੀਲ ਸ਼ੂਨਿਆ ਹੈ, ਪਰ ਜੋ ਉਸ ਦੇ ਹਿਰਦੇ ਵਿੱਚ ਸੌਣ ਵਾਲੇ ਬੀਜ ਦੇ ਲਈ ਗਰਮ ਅਤੇ ਆਗਿਆਕਾਰੀ ਹੈ। ਤੂੰ ਬਾਹਰ ਤੋਂ ਠੰਡਾ ਹੋ ਗਿਆ ਹੈ, ਸ਼ੀਤਲ ਸ਼ੂਨਿਆ ਹੋ ਗਿਆ ਹੈ, ਪਰ ਅੰਦਰ ਤੇਰੇ ਕੋਲ ਇੱਕ ਬੀਜ ਹੈ ਮਹਾਸੂਝ ਦਾ। ਤਾਂ ਉਸ ਦੇ ਲਈ ਤੂੰ ਬਹੁਤ ਗਰਮ ਹੈ, ਨਿੱਘਾ ਹੈ। ਉਸ ਨੂੰ ਤੂੰ ਬਚਾਇਆ ਹੋਇਆ ਹੈ ਆਪਣੇ ਹਿਰਦੇ ਵਿੱਚ। ਤਦ ਉਸ ਕੋਰੇ ਨੂੰ ਆਪਣੀ ਹੀ ਹੱਡੀਆਂ ਨੂੰ ਛੇਕਣ ਵਾਲੀਆਂ ਉੱਤਰਦੀਆਂ ਬਰਫ਼-ਵਾਰੀਆਂ ਨੂੰ ਪੀ ਜਾਣਾ ਹੋਵੇਗਾ ਤਾਂ ਜੋ ਉਹਨਾਂ ਦੇ ਤਿੱਖੇ ਤੇ ਨਿਰਦਈ ਦੰਦਾਂ ਤੋਂ ਧਰਤੀ ਦੀ ਰੱਖਿਆ ਕੀਤੀ ਜਾ ਸਕੇ। ਉਸ ਧਰਤੀ ਵਿੱਚ ਉਹ ਫਸਲ ਛੁਪੀ ਹੈ ਜਿਸ ਤੋਂ ਭੁੱਖਿਆਂ ਨੂੰ ਭੋਜਨ ਮਿਲੇਗਾ। ਤੂੰ ਆਪਣੇ ਲਈ ਤਾਂ ਸ਼ਾਂਤ ਤੇ ਸ਼ੂਨਿਆ ਹੋ ਗਿਆ ਕੋਰੇ ਵਾਂਗ, ਪਰ ਤੈਨੂੰ ਬੀਜਾਂ ਨੂੰ ਘੇਰ ਲੈਣਾ ਹੋਵੇਗਾ। ਉਹਨਾਂ ਦੇ ਲਈ ਤਪਿਆ ਰਹਿਣਾ ਹੋਵੇਗਾ। ਉਹਨਾਂ ਤੱਕ ਨਾ ਪਹੁੰਚਿਆ ਤਾਂ ਭੁੱਖੇ ਪਏ ਹਨ। ਉਹ ਭੁੱਖੇ ਹਨ, ਉਹ ਜਨਮਾਂ ਜਨਮਾਂ ਤੋਂ ਭੁੱਖੇ ਹਨ ਇਸ ਭੋਜਨ ਦੇ ਲਈ ਜੋ ਤੇਰੇ ਹੱਥ ਵਿੱਚ ਹੈ, ਤੂੰ ਵੰਡ ਸਕਦਾ ਹੈ। ਇਹ ਸੂਤਰ ਬੋਧਿਸਤਵ ਮਾਰਗ ਦਾ ਸੂਤਰ ਹੈ। ਵਾਜਬ ਹੈ ਕੋਈ ਗਿਆਨ ਦੇ ਉਸ ਮਹਾਸਾਗਰ ਦੇ ਕੰਢੇ ਕੋਲ ਨਾ ਹੋਵੇ
ਪਰਤ ਆਵੇ, ਲੇਕਿਨ ਫਿਰ ਵੀ ਮੈਂ ਤੁਹਾਨੂੰ ਕਹਿੰਦਾ ਜੋ ਤੁਹਾਡੇ ਅੰਦਰ ਸਹਿਜ ਹੋਵੇ, ਸੁਭਾਵਿਕ ਹੋਵੇ, ਉਹੀ ਵਾਜਬ ਹੈ। ਇਹ ਬਲਾਵਸਟਕੀ ਦੀ ਮਿੱਠੀ ਚਾਹਨਾ ਹੈ, ਪਿਆਰੀ ਹੈ, ਸੁਖਾਵੀ ਹੈ। ਕੋਈ ਪਰਤ ਆਵੇ ਵੰਡ ਦੇਵੇ, ਪਰ ਜਿਹੜਾ ਪਰਤ ਸਕਦਾ ਉਹੀ ਪਰਤ ਸਕਦਾ ਹੈ, ਜਿਹੜਾ ਨਹੀਂ ਪਰਤ ਸਕਦਾ ਉਹ ਨਹੀਂ ਪਰਤਦਾ। ਇਹ ਗੱਲ ਵੀ ਉਸੇ ਨੂੰ ਜਚੇਗੀ, ਉਸੇ ਦੇ ਮਨ ਨੂੰ ਜਚੇਗੀ ਜਿਹੜਾ ਪਰਤ ਸਕਦਾ ਹੈ। ਇਹ ਗੱਲ ਉਸ ਨੂੰ ਨਹੀਂ ਜਚੇਗੀ ਜਿਹੜਾ ਨਹੀਂ ਪਰਤ ਸਕਦਾ। ਇਸ ਤੋਂ ਭਾਵ ਦਾ ਪਤਾ ਲੱਗਦਾ ਕਿ ਸੁਖਾਵਾ ਹੈ, ਪਿੱਛੇ ਸੰਸਾਰ 'ਚ ਇੰਨੇ ਲੋਕ ਦੁਖੀ ਹਨ, ਪੀੜਤ ਹਨ, ਉੱਥੋਂ ਤੱਕ ਜਾਣਾ ਜ਼ਰੂਰੀ ਹੈ। ਲੇਕਿਨ ਖੁਦ ਬੁੱਧ ਨੂੰ ਅਜਿਹਾ ਹੋਇਆ ਸੀ, ਬੁੱਧ ਨੂੰ ਸਮਾਧੀ ਹਾਸਲ ਹੋਈ, ਉਹ ਪਰਮ ਦਵਾਰ 'ਤੇ ਖੜ੍ਹੇ ਹੋ ਗਏ, 7 ਦਿਨ ਤੱਕ ਮੌਨ ਰਹੇ। ਮਿੱਠੀ ਕਥਾ ਹੈ। ਇੰਦਰ ਅਤੇ ਬ੍ਰਹਮਾ ਉਹਨਾਂ ਦੇ ਚਰਨਾਂ ਵਿੱਚ ਆਣ ਡਿੱਗੇ। ਦੇਵਤੇ ਉਹਨਾਂ ਦੇ ਕੋਲ ਪੀੜ ਲਾ ਕੇ ਸ਼ੋਰਗੁਲ ਕਰਨ ਲੱਗੇ, ਪ੍ਰਾਰਥਨਾ ਕਰਨ ਲੱਗੇ ਕਿ ਤੁਸੀਂ ਉੱਠੋ ਅਤੇ ਬੋਲੋ, ਕਿਉਂਕਿ ਜਿਸ ਗਿਆਨ ਨੂੰ ਸੁਣਨ ਦੇ ਲਈ ਸਦੀਆਂ ਸਦੀਆਂ ਤੋਂ ਲੋਕ ਉਡੀਕ ਰਹੇ ਹਨ ਉਹ ਤੁਹਾਨੂੰ ਮਿਲ ਗਿਆ। ਹੁਣ ਤੂੰ ਚੁੱਪ ਕਿਉਂ ਹੈ? ਹੁਣ ਤੂੰ ਬੋਲ, ਦੱਸ ਦੇ ਕਿ ਤੂੰ ਕੀ ਪਾ ਲਿਆ ਹੈ। ਬ੍ਰਹਮਾ ਵੀ ਇੰਦਰ ਵੀ ਉਹੋ ਜਿਹੇ ਹੀ ਪਿਆਸੇ ਹਨ, ਪੂਰਾ ਵਜੂਦ ਪਿਆਸਾ ਹੈ ਇਸ ਜੀਵਨ ਦੇ ਪਰਮ ਰਹੱਸ ਨੂੰ ਜਾਣ ਲੈਣ ਲਈ। ਤੈਨੂੰ ਪਤਾ ਲੱਗ ਗਿਆ, ਦੱਸ ਅਸੀਂ ਵੀ ਉਸ ਨੂੰ ਜਾਣ ਲਈਏ। ਬੁੱਧ ਨੇ ਕਿਹਾ, ਕੋਈ ਸਾਰ ਨਹੀਂ, ਕੋਈ ਸਾਰ ਨਹੀਂ ਹੈ ਦੱਸਣ ਵਿੱਚ, ਕਿਉਂਕਿ ਜੋ ਮੈਂ ਜਾਣ ਲਿਆ ਹੈ ਇੱਕ ਤਾਂ ਉਹ ਕਹਿ ਕੇ ਦੱਸਿਆ ਨਹੀਂ ਜਾ ਸਕਦਾ। ਜੇ ਮੈਂ ਅਣਥੱਕ ਮਿਹਨਤ ਵੀ ਕਰਾਂ ਅਤੇ ਕਹਾਂ ਵੀ ਤਾਂ ਸਿਰਫ ਉਹ ਲੋਕ ਹੀ ਸਮਝ ਸਕਣਗੇ ਜਿਹੜੇ ਮੇਰੇ ਬਿਨਾਂ ਕਹੇ ਉਸ ਨੂੰ ਜਾਣ ਸਕਦੇ ਹਨ। ਮੇਰੇ ਬਿਨਾਂ ਕਹੇ ਉਸ ਨੂੰ ਜਾਣ ਸਕਦੇ ਨੇ, ਉਹੀ ਸਮਝ ਸਕਣਗੇ। ਉਹ ਨਹੀਂ ਸਮਝ ਸਕਣਗੇ, ਇਸ ਲਈ ਕਹਿਣ ਵਿੱਚ ਕੀ ਸਾਰ ਹੈ। ਜਿਹੜੇ ਮੇਰੇ ਬਿਨਾਂ ਵੀ ਪਹੁੰਚ ਜਾਣਗੇ ਸਿਰਫ ਉਹੀ ਸਮਝ ਸਕਣਗੇ। ਗੱਲ ਅਜਿਹੀ ਜਟਿਲ ਹੈ ਕਿ ਉਹਨਾਂ ਨੂੰ ਦੱਸਣ ਦਾ ਕੋਈ ਅਰਥ ਨਹੀਂ ਹੈ, ਕਿਉਂਕਿ ਉਹ ਪਹੁੰਚ ਵੀ ਜਾਣਗੇ, ਦਿਨ 2 ਦਿਨ ਦੇਰ ਲੱਗੇਗੀ। ਮੈਨੂੰ ਵਿਅਰਥ ਕਸ਼ਟ ਵਿੱਚ ਨਾ ਪਾਓ। ਜਿਹੜੇ ਮੇਰੇ ਬਿਨਾਂ ਨਹੀਂ ਪਹੁੰਚ ਸਕਦੇ ਉਹ ਮੇਰੀ ਗੱਲ ਸਮਝ ਨਹੀਂ ਸਕਣਗੇ, ਇਸ ਲਈ ਕਿਸ ਨੂੰ ਮੈਂ ਕਹਾਂ। ਦੇਵਤੇ ਉਦਾਸ ਹੋ ਗਏ, ਉਹਨਾਂ ਦੀਆਂ ਅੱਖਾਂ 'ਚ ਉਦਾਸੀ ਛਾ ਗਈ। ਤਰਕ ਠੀਕ ਸੀ, ਉਹਨਾਂ ਨੂੰ ਝੂਠਾ ਨਹੀਂ ਪਾਇਆ ਜਾ ਸਕਦਾ ਸੀ। ਫਿਰ ਉਹਨਾਂ ਨੇ ਵਿਚਾਰ ਵਟਾਂਦਰਾ ਕੀਤਾ ਆਪਸ ਵਿੱਚ, ਕਿਸ ਤਰ੍ਹਾਂ ਅਸੀਂ ਬੁੱਧ ਨੂੰ ਮਨਾਈਏ। ਫਿਰ ਉਹ ਇੱਕ ਤਰਕ ਲੱਭ ਕੇ ਲੈ ਆਏ। ਤਰਕ ਕੀਮਤੀ ਸੀ, ਬੁੱਧ ਨੂੰ ਮੰਨ ਲੈਣਾ ਪਿਆ। ਉਹਨਾਂ ਨੇ ਕਿਹਾ, ਅਸੀਂ ਤੁਹਾਡੇ ਨਾਲ ਸਹਿਮਤ ਹਾਂ। 100 'ਚੋਂ ਬਹੁਤੇ ਲੋਕ ਹੀ ਹਨ ਜਿਹੜੇ ਤੁਹਾਡੀ ਗੱਲ ਨੂੰ ਸਮਝ ਸਕਣਗੇ। 100 'ਚੋਂ ਕੁਝ ਅਜਿਹੇ ਲੋਕ ਹਨ ਜਿਹੜੇ ਤੁਹਾਡੀ ਗੱਲ ਨੂੰ ਨਹੀਂ ਸਮਝ ਸਕਣਗੇ। ਉਹਨਾਂ ਨੂੰ ਕਹਿਣਾ ਫਜ਼ੂਲ ਹੈ, ਅਸੀਂ ਮੰਨਦੇ ਹਾਂ। 100 'ਚੋਂ ਜਿਹੜੇ 2-4 ਅਜਿਹੇ ਹਨ ਜਿਹੜੇ ਤੁਹਾਡੇ ਬਿਨਾਂ ਵੀ ਸਮਝ ਲੈਣਗੇ, ਉਹਨਾਂ ਨੂੰ ਦੱਸਣਾ ਵੀ ਫਜ਼ੂਲ ਹੈ। ਲੇਕਿਨ 100 'ਚੋਂ ਇੱਕ ਅੱਧਾ ਅਜਿਹਾ ਵੀ ਹੈ ਜੋ ਦੋਹਾਂ ਦੇ ਮੱਧ ਦੇ ਵਿਚਕਾਰ ਖੜ੍ਹਾ ਹੈ। ਜਿਸ ਨੂੰ ਤੁਸੀਂ ਨਹੀਂ ਦੱਸੋਗੇ ਤਾਂ ਉਹ ਜਨਮਾਂ ਜਨਮਾਂ ਤੀਕ ਭਟਕ ਜਾਏਗਾ। ਜਿਸ ਨੂੰ ਤੁਸੀਂ ਦੱਸੋਗੇ ਤਾਂ ਉਹ ਵੀ ਪਹੁੰਚ ਸਕਦਾ ਹੈ, ਜੋ ਬਿਲਕੁਲ ਕੰਢੇ 'ਤੇ ਆਪ ਖੜੋਤਾ ਹੈ, ਜਿਸ ਨੂੰ ਜਰਾ ਕੁ ਧੱਕੇ ਦੀ ਲੋੜ ਹੈ। ਊਠ ਉੱਤੇ ਆਖਰੀ ਤੀਲਾ ਹੈ, ਬੈਠਣ ਦੇ ਕਰੀਬ ਹੈ, ਬਸ ਆਖਰੀ ਤੀਲੇ ਦਾ ਬੋਝ ਨਾ ਮਿਲਿਆ ਤਾਂ ਹੋ ਸਕਦਾ ਹੈ ਜਨਮਾਂ ਤੱਕ ਭਟਕ ਜਾਵੇ। ਤੁਸੀਂ ਉਸ ਇੱਕ ਦੇ ਲਈ ਬੋਲੋ। ਗੱਲ ਠੀਕ ਲੱਗੀ ਬੁੱਧ ਨੂੰ। ਜੇ ਦੋਨੋਂ ਹਨ ਤਾਂ ਇਹਨਾਂ ਦੇ ਦਰਮਿਆਨ ਵਿੱਚ ਕੋਈ ਨਾ ਕੋਈ ਜ਼ਰੂਰ ਹੋਵੇਗਾ। ਜਿੱਥੇ 2 ਹਨ ਉੱਥੇ ਤੀਜਾ ਵੀ ਹੁੰਦਾ ਹੈ। ਦੋਹਾਂ ਦੇ ਵਿਚਾਲੇ ਕੋਈ ਮੱਧ ਵਿੱਚ ਖੜ੍ਹਾ ਹੀ ਹੋਵੇਗਾ। ਉਹ ਦਰਮਿਆਨ ਤਬਕਾ ਜੋ ਹੈ ਉਸ ਦੇ ਲਈ ਬੋਲੋ। ਇਸ ਲਈ ਬੁੱਧ ਬੋਲੇ, ਇਹ ਜੋ ਛਿਨ ਹੈ ਸਮਾਧੀ ਸਥਿਤ ਹਾਲਤ ਦਾ, ਉਸ ਛਿਨ ਵਿੱਚ ਹਰੇਕ ਨੂੰ ਅਜਿਹਾ ਲੱਗੇਗਾ ਕਿ ਹੁਣ ਕੀ ਸਾਰ ਹੈ, ਕੀ ਕਹਿਣਾ ਹੈ, ਕੀ ਸੁਣਨਾ ਹੈ, ਕਿਸ ਨੂੰ ਦੱਸਣਾ ਹੈ। ਹੁਣ ਮੈਨੂੰ ਮਿਲ ਗਿਆ ਗੂੰਗੇ ਦਾ ਗੁੜ, ਉਸ ਦਾ ਸਵਾਦ ਲੈਣਾ, ਸਵਾਦ ਵਿੱਚ ਹੀ ਖੋ ਜਾਣਾ। ਇਹ ਸੂਤਰ ਕਹਿੰਦਾ ਹੈ ਕਿ ਉਸ ਸਮੇਂ ਸਾਵਧਾਨੀ ਵਰਤਣਾ ਜੋ ਮਹਾਸ਼ਕਤੀ ਮਿਲੀ ਹੈ। ਜੇਕਰ ਅਪਯੋਗ ਆ ਸਕੇ ਤਾਂ ਇਸ ਨੂੰ ਵੰਡਣਾ, ਇਸ ਦਾ ਸਰੋਵਰ ਨਾ ਬਣਾਉਣਾ, ਇਸ ਨੂੰ ਵਗਦਾ ਪ੍ਰਵਾਹ ਬਣਾ ਦੇਣਾ। ਸੋ ਬਾਕੀ ਕੱਲ੍ਹ ਤੱਕ ਜੇਕਰ ਤੁਹਾਨੂੰ ਓਸ਼ੋ ਦੇ ਪ੍ਰਵਚਨ ਪਸੰਦ ਆ ਰਹੇ ਨੇ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ। ਪਲੀਜ਼ ਚੈਨਲ ਨੂੰ ਸਪੋਰਟ ਜ਼ਰੂਰ ਕਰੋ। ਸੋ ਧੰਨਵਾਦ ਜੀ, ਕੱਲ੍ਹ ਤੱਕ ਬਾਏ ਬਾਏ।